ਇੱਕ ਗੱਲ ਜੋ ਪਹਿਲਾਂ ਵੀ ਸਾਂਝੀ ਕੀਤੀ ਗਈ ਸੀ, ਉਹ ਦੁਬਾਰਾ ਫੇਰ ਤੁਸੀਂ ਖਿਆਲ ਵਿੱਚ ਲਓ। ਫਿਰ ਹੋਰ ਨਵੇਂ ਜਿਹੜੇ ਸੁਣਨ ਵਾਲੇ ਸਰੋਤੇ ਹਨ, ਉਹ ਵੀ ਅਗਰ ਖਿਆਲ ਵਿੱਚ ਰੱਖਣਗੇ ਤਾਂ ਉਹਨਾਂ ਨੂੰ ਸੁਖਾਲਾ ਹੋਵੇਗਾ ਸੁਣਨਾ, ਫਿਰ ਸਮਝ ਵਿੱਚ ਵੀ ਆਵੇਗੀ ਗੱਲ। ਅਗਰ ਸੁਣਨ ਵਾਲਾ ਇੱਧਰ ਜੋ ਕਿਹਾ ਜਾ ਰਿਹਾ ਹੈ ਉਹਨੂੰ ਸਮਝ ਵਿੱਚ ਨਹੀਂ ਆ ਰਿਹਾ ਹੈ, ਤੇ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਹੈ। ਇੱਕ ਤੇ ਹਨ ਬਾਹਰੀ ਧਰਮਾਂ ਦੀਆਂ ਵਿਚਾਰਧਾਰਾਵਾਂ, ਜਿਵੇਂ ਹਿੰਦੂ ਹਨ, ਸਿੱਖ ਹਨ ਮੋਟੇ ਤੌਰ 'ਤੇ। ਫਿਰ ਇਹਨਾਂ ਦੇ ਵਿੱਚ ਹਨ ਸੰਪਰਦਾਵਾਂ, ਛੋਟੀਆਂ ਛੋਟੀਆਂ, ਤੇ ਲਹਿਦਾ ਸੰਪਰਦਾਵਾਂ ਹਨ, ਤਾਂ ਉਹਨਾਂ ਦੀ ਲਹਿਦਾ ਹੀ ਮਰਿਆਦਾ ਹੈ। ਹਰ ਧਰਮ ਦੇ ਵਿੱਚ ਹੀ ਹਨ, ਹਿੰਦੂਆਂ 'ਚ ਬਹੁਤ ਹਨ, ਇੱਕ ਦੂਸਰੇ ਨਾਲ ਮੇਲ ਵੀ ਨਹੀਂ ਖਾਂਦੀਆਂ। ਇੱਦਾਂ ਹੀ ਸਿੱਖਾਂ ਦੇ ਵਿੱਚ ਵੀ ਬਹੁਤ ਹਨ, ਜਿਨ੍ਹਾਂ ਦੇ ਨਿਯਮ ਵੀ ਥੋੜ੍ਹੇ ਅਲੱਗਾ ਹਨ। ਆ ਜੋ ਨਿਤਨੇਮ ਕਰਦੇ ਹਨ, ਪਾਠ, ਇਹ ਵੀ ਇਹਨਾਂ ਦਾ ਵੀ ਫਰਕ ਹੈ। ਅਤੇ ਫਿਰ ਇੱਕ ਵਿਚਾਰਧਾਰਾ ਜਿਹੜੀ ਹੈ ਸੰਪਰਦਾਇ ਦੀ, ਉਹ ਦੂਸਰੀ ਵਿਚਾਰਧਾਰਾ ਨੂੰ ਗਲਤ ਕਹਿੰਦੇ ਹਨ ਭਈ ਅਸੀਂ ਠੀਕ ਹਾਂ, ਕਿਉਂਕਿ ਉਹ ਵਿਚਾਰਧਾਰਾ ਅੰਦਰ ਬੈਠੀ ਹੁੰਦੀ ਹੈ ਨਾ। ਬਲਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਵੀ ਹਨ, ਉਹ ਵੀ ਸੰਪਰਦਾਵਾਂ ਨੇ ਅਲੱਗਾ ਹੀ ਕੀਤੇ ਹਨ। ਦੇਖੋ, ਅਰਥ ਵੀ ਅਲੱਗਾ ਹੋ ਜਾਂਦੇ ਹਨ ਨਾ ਸੰਪਰਦਾ ਦੇ ਹਿਸਾਬ ਨਾਲ। ਕਹਿੰਦੇ ਫਲਾਨੀ ਸੰਪਰਦਾ ਦੇ ਅਰਥ ਆਹ ਹਨ, ਕਿਉਂਕਿ ਆਪਣੀ ਵੀ ਵਿਚਾਰਧਾਰਾ ਦੇ ਨਾਲ ਹੀ ਕਰੂਗਾ ਨਾ ਅਰਥ ਬੰਦਾ। ਇਸ ਕਰਕੇ ਉਹ ਅਰਥ ਵੀ ਸੰਪਰਦਾਇਕ ਹੋ ਜਾਂਦੇ ਹਨ। ਦੇਖੋ, ਗੱਲ ਤਾਂ ਇੱਕੋ ਹੀ ਕਹੀ ਹੋਵੇਗੀ ਗੁਰੂਆਂ ਨੇ, ਪਰ ਅਰਥ ਬਹੁਤ ਹੋਣਗੇ, ਕਿਉਂਕਿ ਸੰਪਰਦਾਵਾਂ ਅਨੇਕ ਹਨ। ਅਤੇ ਸੰਪਰਦਾ ਦੇ ਹਿਸਾਬ ਦੇ ਨਾਲ ਹੀ ਬੰਦਾ ਸੋਚਦਾ ਹੈ, ਵਿਚਾਰਦਾ ਹੈ, ਸਮਝਦਾ। ਅਤੇ ਜਿਹੜਾ ਕੋਈ ਵੀ ਕਿਸੇ ਵੀ ਸੰਪਰਦਾ ਦੇ ਵਿਚਾਰਧਾਰਾ ਦੇ ਨਾਲ ਚੱਲ ਰਿਹਾ ਹੈ, ਜੁੜਿਆ ਹੋਇਆ ਹੈ, ਅਤੇ ਅਗਰ ਉਸ ਵਿਚਾਰਧਾਰਾ ਨੂੰ ਲੈ ਕੇ ਹੀ ਇੱਧਰ ਸੁਣ ਰਿਹਾ ਹੈ, ਤਾਂ ਉਹਨੂੰ ਬਹੁਤ ਸਾਰੀਆਂ ਗੱਲਾਂ ਗਲਤ ਲੱਗਣਗੀਆਂ। ਉਹ ਐਸਾ ਨਹੀਂ ਹੈ ਕਿ ਇੱਧਰ ਜੋ ਬੋਲਿਆ ਜਾ ਰਿਹਾ ਹੈ ਉਹ ਠੀਕ ਨਹੀਂ ਹੈ, ਨਹੀਂ, ਉਹ ਤੁਹਾਡੀ ਜਿਹੜੀ ਵਿਚਾਰਧਾਰਾ ਹੈ ਨਾ, ਸੋਚ, ਪਿਛਲੀ ਵਿਚਾਰਧਾਰਾ ਨਾਲ ਜੁੜੀ ਹੋਣ ਕਰਕੇ ਉਹ ਇਹਦੇ ਅਰਥ ਗਲਤ ਲੈ ਰਹੀ ਹੈ। ਜਿਵੇਂ ਮੈਂ ਕਿਹਾ ਨਾ ਵੀ ਸੰਪਰਦਾਇਕ ਅਰਥ ਅਲੱਗਾ ਹਨ, ਇੱਦਾਂ ਹੀ ਅਲੱਗਾ ਸੁਣਨ ਵਾਲੇ ਅਲੱਗਾ ਅਰਥ ਲੈਂਦੇ ਹਨ, ਸਮਝਦੇ ਹਨ। ਇੱਧਰ ਜੋ ਕਿਹਾ ਜਾ ਰਿਹਾ ਹੈ ਕਿਸੇ ਸੰਪਰਦਾ ਦੀ ਵਿਚਾਰਧਾਰਾ ਲੈ ਕੇ ਨਹੀਂ ਕਿਹਾ ਜਾ ਰਿਹਾ ਹੈ। ਫਿਰ ਬਹੁਤ ਸਾਰੀਆਂ ਐਸੀਆਂ ਗੱਲਾਂ ਹਨ ਜਿਹੜੀਆਂ ਪਿਛਲੇ ਗ੍ਰੰਥਾਂ 'ਚ ਨਹੀਂ ਲਿਖੀਆਂ ਗਈਆਂ ਹਨ। ਫਿਰ ਤੁਸੀਂ ਕਹੋਗੇ ਵੀ ਇਹ ਤਾਂ ਜੋ ਤੁਸੀਂ ਕਹਿ ਰਹੇ ਲਿਖਿਆ ਹੀ ਨਹੀਂ ਕਿਤੇ। ਇਹੋ ਹੀ ਫਰਕ ਹੈ ਨਾ। ਇੱਦਾਂ ਹੀ ਬਾਬੇ ਨਾਨਕ ਨੂੰ ਪੁੱਛਦੇ ਹੋਣਗੇ ਉਸ ਸਮੇਂ ਆਣ ਕੇ ਹਿੰਦੂ ਜਾਂ ਕੁਛ ਮੁਸਲਮਾਨ ਵੀ ਆਉਂਦੇ ਸਨ ਵੀ ਜੋ ਤੁਸੀਂ ਕਹਿ ਰਹੇ ਤੇ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੀ ਨਹੀਂ।
ਹੁਣ ਉਹ ਪੁਰਾਣੇ ਗ੍ਰੰਥਾਂ 'ਚ ਥੋੜ੍ਹੀ ਬੋਲ ਰਹੇ ਹਨ। ਹਾਂ, ਉਹਨਾਂ ਦੇ ਉਦਾਹਰਣ ਜ਼ਰੂਰ ਦਿੱਤੇ ਜਾਂਦੇ ਹਨ ਤਾਂ ਕਿ ਗੱਲ ਸਮਝ ਵਿੱਚ ਆ ਜਾਵੇ। ਪੁਰਾਣੇ ਗ੍ਰੰਥਾਂ, ਪੁਰਾਣੇ ਸਤਿਪੁਰਖਾਂ ਦੇ ਉਪਦੇਸ਼ ਦਾ ਸਹਾਰਾ ਲੈ ਕੇ ਸਮਝਾਇਆ ਜਾਂਦਾ ਹੈ। ਪਰ ਸਭ ਕੁਛ ਉਹ ਹੀ ਨਹੀਂ ਕਿਹਾ ਜਾਂਦਾ ਜੋ ਪਿੱਛੇ ਕਿਹਾ ਹੈ, ਤੇ ਕੁਛ ਐਸਾ ਵੀ ਕਿਹਾ ਜਾਂਦਾ ਹੈ ਜੋ ਪਿੱਛੇ ਕਿਸੇ ਨੇ ਨਹੀਂ ਕਿਹਾ ਹੈ, ਕਿਉਂਕਿ ਸਮਾਂ ਬਦਲ ਗਿਆ, ਮਨੁੱਖ ਬਦਲ ਗਏ, ਮਨੁੱਖ ਦੀ ਵਿਚਾਰਧਾਰਾ ਬਦਲ ਗਈ, ਯੁੱਗ ਬਦਲ ਗਿਆ। ਦੇਖੋ ਕਿੰਨਾ ਫਰਕ ਪੈ ਗਿਆ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ 'ਚ ਤੇ ਹੁਣ ਦੇ ਸਮੇਂ 'ਚ। ਤੁਸੀਂ ਦੇਖੋ ਬਾਹਰ ਬਹੁਤ ਵੱਡੀ ਤਬਦੀਲੀ ਆ ਗਈ, ਵਿਚਾਰਧਾਰਾ ਹੀ ਬਦਲ ਗਈ ਮਨੁੱਖ ਤੇ ਜੋ ਕਿ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਕੁਛ ਕਿਹਾ ਜਾਂਦਾ ਹੈ। ਪਰ ਜਿਹੜੇ ਪੁਰਾਣੀ ਵਿਚਾਰਧਾਰਾ ਦੇ ਨਾਲ ਜੁੜੇ ਹਨ, ਉਹਨਾਂ ਨੂੰ ਗੱਲ ਸਮਝ ਵਿੱਚ ਨਹੀਂ ਆਵੇਗੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਮੇਲ ਨਹੀਂ ਖਾਣਗੀਆਂ। ਤੇ ਵਿਚਾਰਧਾਰਾ ਨੂੰ ਛੱਡਣਾ ਬਹੁਤ ਕਠਿਨ ਹੈ। ਸੰਪਰਦਾਇਕ ਲੋਕ ਸੰਪਰਦਾ ਤੋਂ ਵੀ ਬਾਹਰ ਨਹੀਂ ਜਾਂਦੇ। ਪਿੱਛੇ ਜਿਹੇ ਇੱਕ ਬੋਂਬੇ ਤੋਂ ਪ੍ਰੇਮੀ ਆਇਆ ਹੋਇਆ ਹੈ, ਅਤੇ ਉੱਥੇ ਜਦੋਂ ਆਉਣ ਲੱਗਾ ਅਤੇ ਉਹ ਜਿਹੜੀ ਸੰਪਰਦਾ ਦੇ ਵਿੱਚ ਉਹ ਪਹਿਲਾਂ ਜਾਂਦਾ ਸੀ, ਉਹਨਾਂ ਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ, ਟੋਕਣ ਦੀ ਕੋਸ਼ਿਸ਼ ਕੀਤੀ। ਦੇਖੋ ਕਿੰਨਾ ਮੋਹ ਹੈ। ਇੱਕ ਤਾਂ ਘਰਦਿਆਂ ਦਾ ਮੋਹ ਹੈ, ਘਰਦੇ ਨਹੀਂ ਤੁਹਾਨੂੰ ਕਿਤੇ ਜਾਣ ਦਿੰਦੇ ਹਨ, ਉਹ ਤਾਂ ਸਮਝ ਵਿੱਚ ਆਉਂਦਾ ਹੈ। ਪਰ ਇਹਨਾਂ ਦਾ ਵੀ ਮੋਹ ਹੋ ਜਾਂਦਾ। ਦੇਖੋ ਵੀ ਧਰਮ ਤੇ ਸੁਤੰਤਰਤਾ ਹੈ, ਜਿੱਥੇ ਕੋਈ ਜਾਵੇ ਉਹਦੀ ਮੌਜ ਹੈ, ਜੋ ਉਹਨੂੰ ਚੰਗਾ ਲੱਗਦਾ ਹੈ ਪਾਉਂਦਾ ਹੈ। ਪਰ ਇਹ ਵੀ ਦੇਖ ਲਓ ਬੰਧਨ ਪਾਉਂਦੇ ਹਨ, ਸੰਪਰਦਾ ਦਾ ਬੰਧਨ, ਅਤੇ ਸੰਪਰਦਾ ਤੋਂ ਬਾਹਰ ਨਹੀਂ ਜਾਣ ਦਿੰਦੇ। ਅਤੇ ਲੋਕ ਜਾਂਦੇ ਵੀ ਨਹੀਂ, ਬਹੁਤ ਡਰਦੇ, ਇੱਜ਼ਤ ਮਾਣ ਮਿਲਦਾ। ਅਤੇ ਜਿਹੜੀ ਕਿਸੇ ਸੰਪਰਦਾ ਦੀ ਵਿਚਾਰਧਾਰਾ ਨਾਲ ਚੱਲ ਰਿਹਾ ਹੈ, ਉਸ ਵਿਚਾਰਧਾਰਾ 'ਤੇ ਹੀ ਪ੍ਰਭਾਵਿਤ ਹੋ ਜਾਂਦਾ ਹੈ, ਤਾਂ ਉਸੇ ਖਿਆਲ ਮੁਤਾਬਿਕ ਹੀ ਸੋਚਦਾ ਹੈ। ਉਹਨੇ ਪੱਟੀ ਪੜ੍ਹ ਲਈ ਨਾ, ਜਿਵੇਂ ਕਹਿੰਦੇ ਹੈ ਨਾ ਘਰਦਿਆਂ ਨੇ ਪੱਟੀ ਪੜ੍ਹਾ ਦਿੱਤੀ, ਕਿਸੇ ਨਿਆਣੇ ਨੂੰ ਕਹਿ ਦਿੰਦੇ ਵੀ ਉਸ ਹਿਸਾਬ ਨਾਲ ਹੀ ਇਹ ਗੱਲ ਕਰਦਾ। ਇੱਦਾਂ ਪਿਛਲਿਆਂ ਨੇ ਪੱਟੀ ਪੜ੍ਹਾ ਦਿੱਤੀ, ਤਾਂ ਉੱਦਾਂ ਹੀ ਉਹ ਸੋਚਦਾ ਹੈ। ਇਵੇਂ ਹੀ ਦੇਖੋ ਇਹ ਸੇਵਾ ਸਿੰਘ ਜੀ ਧਰਮਾਲੇ ਵਾਲੇ ਦੇ ਜਿਹੜੇ ਸੇਵਕ ਹਨ, ਹੁਣ ਕਹਿੰਦੇ ਹਨ ਤੁਹਾਡੀਆਂ ਗੱਲਾਂ ਸਭ ਠੀਕ ਹਨ, ਪਰ ਇੱਕ ਗੱਲ ਜਿਹੜੀ ਹੈ ਨਾ ਉਹ ਤੁਹਾਡੇ ਨਾਲ ਮੇਲ ਨਹੀਂ ਖਾਂਦੀ। ਉਹ ਹੈ ਗੁਰੂ ਮੰਤਰ ਦਾ ਜਪਣਾ, ਵੀ ਉਹ ਮੇਲ ਨਹੀਂ ਖਾਂਦਾ ਹੈ ਸ਼ਬਦ ਦਾ ਜਪਣਾ। ਕਹਿੰਦੇ ਹਨ ਵੀ ਇੱਥੋਂ ਖੇਡ ਸ਼ੁਰੂ ਹੁੰਦੀ ਹੈ। ਨਹੀਂ, ਇੱਥੋਂ ਨਹੀਂ ਸ਼ੁਰੂ ਹੁੰਦੀ ਹੈ ਧਰਮ ਦੀ ਯਾਤਰਾ। ਖਿਆਲ ਵਿੱਚ ਲਓ ਥੋੜ੍ਹਾ ਜਿਹਾ, ਤੁਹਾਨੂੰ ਸ਼ਾਇਦ ਸਮਝ ਵਿੱਚ ਆ ਹੀ ਜਾਵੇ, ਅਜੇ ਤੱਕ ਤਾਂ ਆਇਆ ਨਹੀਂ ਹੈ। ਨਾਮ ਜਪਣ ਤੋਂ ਧਰਮ ਦੀ ਯਾਤਰਾ ਨਹੀਂ ਸ਼ੁਰੂ ਹੁੰਦੀ, ਸਿਮਰਨ ਤੋਂ ਨਹੀਂ ਹੁੰਦੀ, ਧਿਆਨ ਤੋਂ ਨਹੀਂ ਹੁੰਦੀ। ਧਰਮ ਦੀ ਯਾਤਰਾ ਸ਼ੁਰੂ ਹੁੰਦੀ ਹੈ ਵੀ ਜਿਹੜੇ ਕਾਰਨ ਕਰਕੇ ਨਾਮ ਜਪਣਾ ਹੈ, ਉਸ ਕਾਰਨ ਨੂੰ ਸਮਝ ਕੇ ਜਿਹੜੀ ਬਿਮਾਰੀ ਵਾਸਤੇ ਦਵਾਈ ਲੈਣੀ ਹੈ, ਨਾਮ ਔਸ਼ਧੀ ਹੈ ਨਾ, ਔਖਦ ਹਰ ਕਾ ਨਾਮ ਹੈ ਦੁੱਖ ਮੇਟਨ ਹਾਰਾ। ਦੁੱਖ ਬਿਮਾਰੀ ਨੂੰ ਮੇਟਣ ਵਾਲਾ ਨਾਮ ਹੈ। ਪਰ ਪਹਿਲਾਂ ਜਿਹੜਾ ਜਾਗਰਤ ਪੁਰਸ਼ ਹੈ ਨਾ, ਉਹ ਬਿਮਾਰੀ ਦੀ ਗੱਲ ਕਰਦਾ ਹੈ, ਔਸ਼ਧੀ ਦੀ ਨਹੀਂ।
ਇਸੇ ਕਾਰਨ ਗੁਰੂਆਂ ਨੂੰ ਵੈਦ ਕਿਹਾ ਹੈ ਨਾ। ਵੈਦਾ ਵੈਦ ਸਵੈਦ ਤੋਂ ਪਹਿਲਾਂ ਰੋਗ ਸਿਆਣ, ਐਸਾ ਦੁਆਰੂ ਲੋੜ ਲੈ ਜਿਤ ਵੰਝੇ ਰੋਗਾਂ। ਕਹਿੰਦਾ ਪਹਿਲਾਂ ਰੋਗ ਤੇ ਸਿਆਣ। ਤੇ ਪਹਿਲਾਂ ਸਤਪੁਰਸ਼ ਰੋਗ ਸਿਆਣਦੇ ਹਨ, ਰੋਗ ਦੀ ਗੱਲ ਕਰਦੇ ਹਨ। ਜਿਵੇਂ ਤੁਸੀਂ ਕਿਸੇ ਡਾਕਟਰ ਕੋ ਜਾਂ ਵੈਦ ਕੋ ਜਾਂਦੇ ਹੋ ਤਾਂ ਪਹਿਲਾਂ ਰੋਗ ਦੀ ਜਾਂਚ ਹੁੰਦੀ ਹੈ ਨਾ, ਰੋਗ ਕਿਹੜਾ ਹੈ। ਜਾਂ ਤੁਸੀਂ ਆਪ ਖੁਦ ਦੱਸਦੇ ਹੋ ਮੈਨੂੰ ਆਹ ਰੋਗ ਹੈ, ਆਹ ਬਿਮਾਰੀ ਹੈ, ਇਹਦੀ ਦਵਾ ਦਿਓ, ਅਤੇ ਫਿਰ ਹੀ ਉਹ ਦਵਾ ਲਿਖ ਕੇ ਦਿੰਦਾ ਹੈ ਨਾ। ਅਤੇ ਇੱਦਾਂ ਹੀ ਸਤਿਪੁਰਖ ਸਦੀਆਂ ਤੋਂ ਹੀ ਐਸਾ ਕਰਦੇ ਆਏ ਹਨ। ਜਿਵੇਂ ਕਹਿੰਦੇ ਹਨ ਵੀ ਸਮਰਾਟ ਜਨਕ ਨੇ ਅਸ਼ਟਾਵਕਰ ਦੇ ਅੱਗੋਂ ਹੱਥ ਜੋੜ ਕੇ ਕਿਹਾ ਵੀ ਇਹ ਪ੍ਰਭੂ ਮੈਨੂੰ ਮੁਕਤੀ ਦਾ ਰਸਤਾ ਦੱਸੋ, ਵੀ ਸੰਸਾਰ ਤੋਂ ਮੁਕਤ ਕਿਵੇਂ ਹੋ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਿਵੇਂ ਹੋ। ਤੇ ਬਿਮਾਰੀ ਦੀ ਗੱਲ ਕੀਤੀ ਨਾ, ਵੀ ਮੈਂ ਬੰਧਿਆ ਹੋਇਆ ਹਾਂ, ਮੁਕਤ ਹੋਣਾ ਚਾਹੁੰਦਾ, ਮੈਂ ਬਿਮਾਰ ਹਾਂ, ਮੈਨੂੰ ਔਸ਼ਧੀ ਦਿਓ, ਮੈਂ ਰੋਗੀ ਹਾਂ, ਹਉਮੈ ਦੀਰਘ ਰੋਗ। ਤੇ ਰੋਗ ਦੀ ਗੱਲ ਕੀਤੀ। ਹੁਣ ਦੇਖੋ ਇਹ ਬਾਬੇ ਨਾਨਕ ਨੂੰ ਮੰਨਣ ਵਾਲੇ ਹਨ ਜ਼ਿਆਦਾਤਰ, ਉਹਨਾਂ ਨੇ ਵੀ ਸ਼ੁਰੂਆਤ ਦੇ ਵਿੱਚ ਰੋਗ ਦੀ ਹੀ ਗੱਲ ਕੀਤੀ ਹੈ। ਕਹਿੰਦੇ ਹਨ ਕਿਵ ਕੂੜੈ ਟੁੱਟੈ ਪਾਲ, ਵੀ ਕੂੜ ਦੀ ਪਾਲ ਕਿਵੇਂ ਟੁੱਟੇ। ਕੂੜ ਦਾ ਪੜਦਾ ਪੁਰਾਣੇ ਗ੍ਰੰਥਾਂ 'ਚ ਆਵਰਣ ਕਿਹਾ ਹੈ, ਪੜਦਾ, ਪਰ ਪੜਦਾ ਮੋਟਾ ਹੋ ਗਿਆ ਤੇ ਪਾਲ ਬਣ ਗਈ, ਵਾੜ ਕੰਧ ਬਣ ਗਈ। ਕੰਧ ਠੀਕ ਹੈ, ਇਹ ਕੂੜ ਦੀ ਕੰਧ ਕਿਵੇਂ ਟੁੱਟੇ। ਤਾਂ ਕੂੜ ਦੀ ਕੰਧ ਤੋੜਨ ਵਾਸਤੇ ਹੀ ਸਾਰਾ ਉਪਦੇਸ਼ ਹੈ ਅੱਗੇ। ਔਸ਼ਧੀ ਕਹਿ ਲਓ, ਦਵਾਈਆਂ ਕਹਿ ਲਓ, ਜਾਂ ਵਿਧੀਆਂ ਕਹਿ ਲਓ ਵੀ ਕਿਹੜੀ ਵਿਧੀ ਨਾਲ ਕੂੜ ਦੀ ਕੰਧ ਟੁੱਟੂਗੀ, ਉਹ ਸਾਰੀਆਂ ਵਿਧੀਆਂ ਅੱਗੇ ਦੱਸੀਆਂ ਹੋਈਆਂ। ਅਤੇ ਵਿਧੀਆਂ ਦਾ ਉਪਯੋਗ ਬਾਅਦ ਵਿੱਚ ਹੁੰਦਾ ਹੈ। ਪਹਿਲਾਂ ਇਹ ਗੱਲ ਕਹੀ ਜਾਂਦੀ ਹੈ ਵੀ ਤੂੰ ਕੂੜ ਦੀ ਕੰਧ ਤੋੜਨ ਵਾਸਤੇ ਤਿਆਰ ਹੈ, ਫਿਰ ਜਿਹੜਾ ਤਿਆਰ ਸੀ ਕੂੜ ਦੀ ਕੰਧ ਤੋੜਨ ਵਾਸਤੇ, ਉਹਨੇ ਹੀ ਬਾਬੇ ਨਾਨਕ ਨੂੰ ਆਣ ਕੇ ਕਿਹਾ ਹੋਵੇਗਾ ਨਾ ਵੀ ਦੱਸੋ ਇਹ ਕੂੜ ਦੀ ਕੰਧ ਕਿਵੇਂ ਟੁੱਟੇ, ਝੂਠੀ ਦੀਵਾਰ। ਦੀਵਾਰ ਵੀ ਝੂਠੀ, ਭਾਵ ਕਿ ਸਿਰਫ ਵਿਚਾਰਾਂ ਦੀ ਦੀਵਾਰ, ਸੰਸਾਰ ਦੇ ਵਿਚਾਰਾਂ ਦੀ ਇੱਕ ਦੀਵਾਰ ਬਣਾ ਲਈ ਤੁਸੀਂ। ਹਉਮੈ ਭੀਤ ਕਰਾਰੀ, ਉਹ ਕੰਧ ਬਣਾ ਲਈ ਬੜੀ ਕਠੋਰ, ਵਿਚਾਰਾਂ ਦੀ ਹੀ ਦੇਖੋ ਬਣ ਜਾਂਦੀ। ਤੇ ਝੂਠੀ ਕੰਧ ਇਹ ਕਿਵੇਂ ਟੁੱਟੇ। ਕਹਿੰਦੇ ਹਨ ਵੀ ਜਪਜੀ ਸਾਹਿਬ ਦੀਆਂ ਪੌੜੀਆਂ ਨੂੰ ਤਰਤੀਬਵਾਰ ਗੁਰੂ ਅੰਗਦ ਦੇਵ ਜੀ ਨੇ ਲਿਖਵਾਇਆ ਸੀ। ਤੇ ਹੋ ਸਕਦਾ ਹੈ ਵੀ ਕੂੜ ਦੀ ਪਾਲ ਤੋੜਨ ਵਾਸਤੇ ਬਾਬੇ ਲਹਿਣੇ ਨੇ ਕਿਹਾ ਹੋਵੇ ਬਾਬੇ ਨਾਨਕ ਨੂੰ ਆਣ ਕੇ। ਇਸ ਕਰਕੇ ਉਹਨਾਂ ਨੂੰ ਖਿਆਲ ਵਿੱਚ ਰਹੀ ਹੋਵੇ ਬਾਬੇ ਨਾਨਕ ਦੀ ਗੱਲ, ਵੀ ਪਹਿਲਾਂ ਇਹ ਗੱਲ ਹੋਈ ਸੀ ਵੀ ਆ ਜਿਹੜੀ ਕੂੜ ਦੀ ਪਾਲ ਹੈ, ਕੂੜ ਦੀ ਕੰਧ, ਇਹ ਉਸਰ ਗਈ ਹੈ, ਤੇ ਕਿਰਪਾ ਕਰੋ ਦੱਸੋ ਕਿਵੇਂ ਤੋੜਾ। ਕੂੜ ਦਾ ਚਿੰਤਨ ਕਰ ਕਰਕੇ ਸੰਸਾਰ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਮ ਸੰਸਾਰ, ਝੂਠ ਦਾ ਚਿੰਤਨ ਕਰ ਕਰਕੇ ਝੂਠੀ ਕੰਧ ਬਣਾ ਲਈ।
ਉਹ ਇਹ ਝੂਠੀ ਕੰਧ ਨੂੰ ਕਿਵੇਂ ਤੋੜਾਂ। ਤੇ ਉਹਨਾਂ ਨੇ ਫਿਰ ਅੱਗੇ ਉਪਦੇਸ਼ ਦਿੱਤਾ ਹੈ ਸਾਰਾ। ਦਰਅਸਲ ਬਹੁਤੇ ਧਾਰਮਿਕ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈ ਵੀ ਇਹ ਜਿਹੜਾ ਧਾਰਮਿਕ ਉਪਦੇਸ਼ ਹੈ ਨਾ, ਅਧਿਆਤਮਿਕ ਉਪਦੇਸ਼ ਜਿਵੇਂ ਬਾਬਾ ਨਾਨਕ ਜੀ ਨੇ ਦਿੱਤਾ ਹੈ, ਇਹ ਉਹਦੇ ਵਾਸਤੇ ਨਹੀਂ ਹੈ ਜਿਹੜਾ ਕੂੜ ਦੀ ਕੰਧ ਨਹੀਂ ਤੋੜਨਾ ਚਾਹੁੰਦਾ ਹੈ। ਇਹ ਉਹਦੇ ਵਾਸਤੇ ਥੋੜ੍ਹੀ ਜਿਹੜਾ ਬਿਮਾਰੀ ਨੂੰ ਮਿਟਾਉਣਾ ਹੀ ਨਹੀਂ ਚਾਹੁੰਦਾ। ਪਹਿਲਾਂ ਤਾਂ ਲੋਕ ਬਿਮਾਰੀ ਸਮਝਦੇ ਹੀ ਨਹੀਂ, ਫਿਰ ਜਿਹੜਾ ਬਿਮਾਰੀ ਨੂੰ ਮਿਟਾਉਣਾ ਹੀ ਨਹੀਂ ਚਾਹੁੰਦਾ ਹੈ ਤੇ ਉਹਨੂੰ ਔਸ਼ਧੀ ਦਿੱਤੀ ਜਾ ਰਹੀ ਹੈ। ਹੁਣ ਇਹ ਔਸ਼ਧੀ ਦੇ ਰਹੇ ਹਨ, ਇਹ ਨਹੀਂ ਹੋਰ ਬਹੁਤ ਸਾਰੇ ਧਾਰਮਿਕ ਔਸ਼ਧੀਆਂ ਹੀ ਦੇ ਰਹੇ ਹਨ। ਕੋਈ ਕਹਿੰਦਾ ਨਾਮ ਜਪੋ, ਕੋਈ ਕਹਿੰਦਾ ਸਿਮਰਨ ਕਰੋ, ਚਿੰਤਨ ਕਰੋ, ਧਿਆਨ ਕਰੋ। ਪਰ ਔਸ਼ਧੀ ਜਿਹੜੇ ਕਾਰਨ ਕਰਕੇ ਖਾਣੀ ਸੀ, ਜਿਹੜੀ ਬਿਮਾਰੀ ਨੂੰ ਛੱਡਣ ਵਾਸਤੇ ਖਾਣੀ ਸੀ, ਮਿਟਾਉਣ ਵਾਸਤੇ ਖਾਣੀ ਸੀ, ਉਹਨੂੰ ਮਿਟਾਉਣ ਨੂੰ ਕੋਈ ਤਿਆਰ ਨਹੀਂ ਹੈ। ਅਤੇ ਇਸ ਕਾਰਨ ਗੱਲ ਉਲਟੀ ਹੋ ਰਹੀ ਹੈ ਵੀ ਔਸ਼ਧੀ ਦੁਆਰਾ ਬਿਮਾਰੀਆਂ ਵੱਧ ਰਹੀਆਂ ਹਨ। ਧਾਰਮਿਕ ਲੋਕਾਂ ਦੀ ਵੀ ਬਿਮਾਰੀ ਵੱਧ ਰਹੀ ਹੈ, ਹਉਂ ਵੱਧ ਰਹੀ ਹੈ। ਇਹ ਤਾਂ ਇਵੇਂ ਹੀ ਹੋ ਗਿਆ ਨਾ, ਜਿਵੇਂ ਸੰਸਾਰ ਦੇ ਵਿੱਚ ਕੋਈ ਸਰੀਰਕ ਬਿਮਾਰੀ ਨੂੰ ਸਿਆਣ ਨਹੀਂ ਰਿਹਾ ਹੈ ਅਤੇ ਔਸ਼ਧੀਆਂ ਖਾਈ ਜਾਵੇ, ਦਵਾਈਆਂ ਖਾਈ ਜਾ। ਕਹਿੰਦੇ ਨੇ ਦਵਾਈ ਸਾਈਡ ਡਿਫੈਕਟ ਕਰਦੀ ਹੈ ਅਤੇ ਆਦਮੀ ਜ਼ਿਆਦਾ ਰੋਗੀ ਹੋ ਜਾਂਦਾ, ਮਰ ਵੀ ਜਾਂਦੇ ਕਈ ਛੇਤੀ। ਇਵੇਂ ਹੀ ਧਾਰਮਿਕ ਜਗਤ ਦੇ ਵਿੱਚ ਹੋ ਰਿਹਾ ਹੈ।